ਅਮਲਕਮ ਜੀ ਭਾਈ ਬੂਟਾ ਜੀ। वालेकुम सलाम जी भाईजान। ਭਾਈਜਾਨ ਕੀ ਹਾਲ ਹੈ, ਠੀਕ ਹੋ? जी शुक्र है अल्लाह पाक दा भाईजान। ਘਰ ਬਾਹਰ ਰਹੀ ਹੈ ਤੇ जी अल्हम्दुलिल्लाह। ਭਾਜੀ ਕਿਹੜਾ ਇਲਾਕਾ ਆਪਣਾ? आरफ वाला जी, ਆਰਫ ਵਾਲਾ ਕਿਹੜਾ ਚੱਕ ਜੇ? 18 डोगरा वाला जी, तहसील आरफ वाला, जिला पाकपतन जी। ਅੱਛਾ ਭਾਈਜਾਨ, ਮੈਂ ਦੋ ਤਿੰਨ ਨਾ ਸਿਰਫ ਨਾ ਤੁਹਾਡੇ ਕੋਲ ਗੱਲਾਂ ਪੁੱਛਣਾ ਚਾਹਨਾ ਵਾਂ। जी वीर। ਜੇ ਤੁਸੀਂ ਮਿਹਰਬਾਨੀ ਕਰਕੇ ਤੇ ਉਹਨਾਂ ਦਾ ਸਹੀ ਜਵਾਬ ਦਿਓ ਤੇ ਠੀਕ ਹੈ। ਤੇ ਇਹ ਗੱਲ ਜਿਹੜੀ ਹੈ ਨਾ, ਹੋ ਸਕਦਾ ਜਿਹੜਾ ਜਿਹੜਾ ਭਰਾ ਸੁਣੇਦਾ ਨਾ ਮੱਝਾਂ ਖਰੀਦਣ ਵਾਲਾ, जी वीर। ਉਹਦੇ ਵਾਸਤੇ ਬੜੀ ਬਿਹਤਰੀ ਤੇ ਬੜਾ ਉਹਨੂੰ ਆਸਾਨੀ ਦਾ ਮੂੰਹ ਵੇਖਣਾ ਪਵੇਗਾ ਇਸ ਗੱਲ ਤੋਂ। ठीक हो गया सुनो वीर। ਭਾਈਜਾਨ, ਜਿਹੜਾ ਪਹਿਲੀ ਵਾਰੀ ਤੁਹਾਡੇ ਇਲਾਕੇ 'ਚ ਹੁੰਦਾ ਮੱਝਾਂ ਖਰੀਦਣ, जी वीर। ਜਿਹੜੇ ਸਾਡੇ ਭਰਾ ਉਹ ਵਪਾਰੀ ਨੇ ਸਾਰੇ, हाँ जी ਇਹਨਾਂ ਨੇ ਮੱਝਾਂ ਉਹਨਾਂ ਨੂੰ ਖਰੀਦ ਕੇ ਦਿੰਦੇ ਨੇ। हाँ जी ਇਹਨਾਂ ਮੱਝਾਂ ਪਹਿਲਾਂ ਹੀ ਖਰੀਦੀਆਂ ਹੁੰਦੀਆਂ ਨੇ ਤੇ ਨਾਲ ਖੜ ਕੇ ਉਹਨਾਂ ਨੂੰ ਵਹਾ ਲੈਂਦੇ ਨੇ जी ਤੇ ਉਹਨਾਂ ਨੂੰ ਵੇਚ ਲੈਂਦੇ ਨੇ ਉਹਨਾਂ ਅੱਗੇ। जी ਉਹਦਾ ਕੋਈ ਮੈਨੂੰ ਗੱਲ ਦੱਸੋ, ਹਾਂ ਕਿਸ ਤਰ੍ਹਾਂ ਬਚ ਸਕਦੇ ਨੇ ਉਹ? ਵੀਰ ਜੀ, ਜਿਹੜੀਆਂ ਪਹਿਲੇ ਉਹਨਾਂ ਨੇ ਖਰੀਦ ਕੇ ਵਧੀਆਂ ਹੁੰਦੀਆਂ ਨਾ ਜੀ, ਹਾਂਜੀ। ਉਹਨਾਂ ਦੇ ਮੁਤਲਕ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹ ਕਿਹੜੀ ਜਗ੍ਹਾ ਤੋਂ ਮਾਲ ਲੈ ਕੇ ਆਏ ਆ, ਕਿੱਥੋਂ ਲੈ ਕੇ ਆਏ ਆ। ਤੁਹਾਨੂੰ ਤਾਂ ਉਦੋਂ ਹੀ ਪਤਾ ਲੱਗੇਗਾ ਕਿ ਜਦੋਂ ਤੁਸੀਂ ਕਿਸੇ ਜ਼ਿਮੀਂਦਾਰ ਦੇ ਕੋਲੇ ਜਾਓਗੇ, ਜ਼ਿਮੀਂਦਾਰ ਕੋਲੋਂ ਤੁਹਾਨੂੰ ਕੋਈ ਭਰਾ ਮਾਲ ਲੈ ਕੇ ਦੇਗਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਉਹ ਸਾਡੇ ਇਲਾਕੇ ਦੀ ਮੱਝ ਹੈ। ਭਾਈਜਾਨ, ਇਹ ਨਹੀਂ ਮੈਂ ਗੱਲ ਕੀਤੀ ਜੀ ਜੇ ਉਹ ਵਪਾਰੀਆਂ ਨੇ ਆ 3 ਵਾਰੀ ਮੇਰੇ ਨਾਲ ਵੀ ਕੰਮ ਹੋਇਆ ਜੀ ਜਦੋਂ ਮੈਂ ਨਵਾਂ ਗਿਆ ਹਾਂ, ਜੀ ਠੀਕ ਹੈ। ਉਹਨਾਂ ਬੰਨੀਆਂ ਹੀ ਜ਼ਿਮੀਂਦਾਰਾਂ ਕੋਲ ਹੁੰਦੀਆਂ ਨੇ ਲੈ ਕੇ, ਠੀਕ ਹੈ। ਠੀਕ ਹੋ ਗਿਆ ਜੀ। ਉਹਦੇ ਤੋਂ ਬਚਣ ਵਾਸਤੇ ਅਸੀਂ ਕੀ ਤਰੀਕਾ ਕਰ ਸਕਨੇ ਆ? ਕੋਈ ਹੱਲ ਹੈ? ਉਹਦਾ ਹੱਲ ਇਹ ਹੈ ਵੀ ਤੁਸੀਂ ਖੁਦ ਹੀ ਜਿਹੜਾ ਵਾ ਆਪਣੀ ਇੱਕ ਫੀਲਡ ਬਣਾਓ, ਆਪਣਾ ਇੱਕ ਦੋਸਤ ਬਣਾਓ, ਕੋਈ ਆਪਣਾ ਰਿਸ਼ਤੇਦਾਰ ਬਣਾਓ ਕਿ ਜਿੰਦੀ ਵਜ੍ਹਾ ਨਾਲ ਤੁਸੀਂ ਜ਼ਿਮੀਂਦਾਰ ਦੇ ਬੂਹੇ ਤੇ ਖੁਦ ਹੀ ਜਾ ਸਕੋ, ਵਪਾਰੀਆਂ ਤੋਂ ਬਚ ਸਕੋ। ਵਪਾਰੀਆਂ ਤੋਂ ਬਚ। ਜਿਹੜੇ ਵਪਾਰੀ ਨਾਲ ਲੈ ਕੇ ਤੁਰਦੇ ਨੇ, ਹੁਣ ਸਾਡੇ ਕੋਲ ਲੈਂਦੇ ਨੇ ਉੱਥੇ 5000 ਰੁਪਇਆ ਮਾਈ ਦਾ ਇੱਕ ਦਾ, ਜੀ ਠੀਕ ਹੈ। ਇਹ ਗੱਲ ਹਕੀਕਤ ਹੈ, ਤੇ ਸ਼ੱਕ ਕੋਈ ਨਹੀਂ। ਕੋਈ ਸ਼ੱਕ ਨਹੀਂ ਜੀ। 5000 ਵੀ ਲੈ ਕੇ ਜੀ ਤੇ ਫੇਰ ਵੀ ਉਹ ਵਿੱਚੋਂ ਦਲਾਲੀ ਅੱਗੇ ਮੱਝ ਮਕਾ ਲੈਣ, ਜੀ ਉਹਨਾਂ ਦਾ ਕੋਈ ਹੱਲ? ਵੀਰ ਜੀ, ਇਹ ਤੇ ਬੇਮਨਾਸਬੀ ਹੈ ਨਾ ਵੀ ਇੱਕ ਮਹਿਮਾਨ ਤੋਂ ਤੁਸੀਂ ਕਿਸੇ ਕੋਲੇ ਜਾਂਦੇ ਹੋ, ਤੁਹਾਡੇ ਨਾਲ ਏਡੀ ਵੱਡੀ ਜ਼ਿਆਦਤੀ ਕਰਦਾ ਵਾ, ਇਹ ਉਹਦਾ ਹੱਕ ਨਹੀਂ ਬਣਦਾ। ਉਹਦੇ ਬੱਚਿਆਂ ਵਾਸਤੇ ਰਿਜ਼ਕ ਜਿਹੜਾ ਉਹ ਹਰਾਮ ਆ। ਦੂਸਰਾ, ਆਪਣੀ ਜਿਹੜੀ ਬਾਰ ਏ, ਕਿਹੜੀ ਬਾਰ ਬੋਲਦੀ ਆ ਆਪਣੀ? ਸਾਡੀ ਨੀਲੀ ਬਾਰ ਬੋਲਦੀ ਹੈ। ਨੀਲੀ ਬਾਰ ਬੋਲਦੀ ਏ। ਇਹਨਾਂ ਦੇ ਨੀਲੀ ਬਾਰ ਦੇ ਵਿੱਚ ਤਕਰੀਬਨ ਬਾਹਰੋਂ ਜਿਹੜਾ ਮਾਲ ਲਿਆ ਕੇ ਖਿਲਾਰ ਕੇ ਵਪਾਰੀ ਵੇਚ ਲੈਂਦੇ ਨੇ ਤੇ ਪੈਸੇ ਨੀਲੀ ਦੇ ਲੈ ਲੈਂਦੇ ਨੇ। ਜੀ ਉਹਦਾ ਵੀ ਕੋਈ ਹੱਲ ਹੈ? ਉਹ ਪਛਾਣ ਉਹਦੀ, ਜਿਹੜਾ ਬੰਦਾ ਮੱਝਾਂ ਲੈਣ ਚਲੋ ਠੀਕ ਹੈ, ਮੈਂ ਤੇ ਜਾਣਾ ਉੱਥੇ, ਮੈਨੂੰ ਹੁਣ ਪਤਾ ਲੱਗ ਗਿਆ, ਮੈਨੂੰ 3 ਵਾਰਾਂ ਮੇਰੇ ਨਾਲ ਹੋਇਆ ਹੈ ਕੰਮ, ਮੈਂ ਦਲਾਲੀਆਂ ਵੀ ਦਿੱਤੀਆਂ, ਮੈਨੂੰ ਪਤਾ ਵੀ ਲੱਗ ਗਿਆ ਇਹਨਾਂ ਮੱਝਾਂ ਬਾਹਰੋਂ ਲਿਆ ਕੇ ਆਪੀ ਖਿਲਾਰ ਕੇ ਮੈਨੂੰ ਇਹਨਾਂ ਵੇਚ ਲਈਆਂ ਨੇ। ਜਿਹੜਾ ਬੰਦਾ ਪਹਿਲੀ ਵਾਰ ਜਾਂਦਾ ਹੈ ਜੀ ਉਹ ਸਮਝਦਾ ਕਿ ਮੈਂ ਆਪੀ ਜਾ ਕੇ ਉੱਥੋਂ ਮੱਝ ਖਰੀਦ ਕੇ ਲਿਆਵਾਂ, ਇੱਥੇ ਵਪਾਰੀਆਂ ਕੋ ਮੈਂ ਨਾ ਖਰੀਦਾਂ। ਜੀ ਉਹ ਕੀ ਹੱਲ ਕਰੇ ਇਹਦਾ? ਉਹਦਾ ਹੱਲ ਹੈ ਵੇ? ਉਹਦਾ ਹੱਲ ਹੈ ਵੀ ਉਹ ਕਿਸੇ ਦੋਸਤ ਨੂੰ, ਕਿਸੇ ਰਿਸ਼ਤੇਦਾਰ ਨੂੰ ਨਾਲ ਜਾਨ, ਉਹ ਗੱਲ ਠੀਕ ਹੈ ਤੁਹਾਡੀ, ਜਿਹੜਾ ਦੋਸਤ ਤੇ ਸਾਰਿਆਂ ਦੇ ਉੱਥੇ ਹੈ ਹੀ ਨਹੀਂ ਨਾ, ਜੀ ਹੈ ਤੇ ਸਾਰੇ ਵਪਾਰੀ ਨੇ। ਵਪਾਰੀ ਜੀ, ਉਹਨਾਂ ਕੋ ਬਚਣ ਦੀ ਮੈਨੂੰ ਗੱਲ ਦੱਸੋ। ਦੋਸਤ ਸਾਰਿਆਂ ਦੇ ਨਾਂ ਉੱਥੇ ਹੈ ਨੇ ਤੇ ਨਾ ਸਾਰਿਆਂ ਦੇ ਰਿਸ਼ਤੇਦਾਰ ਨੇ। ਉਹਨਾਂ ਤੋਂ ਬਚਣ ਵਾਸਤੇ ਫਿਰ ਉਹਨੂੰ ਕਿਸੇ ਅੱਛੇ ਮੁਖਲਸ ਦੋਸਤ ਦੀ ਜ਼ਰੂਰਤ ਹੋ ਸਕਦੀ ਆ, ਹੋਰ ਉਹ ਕੁਝ ਨਹੀਂ ਕਰ ਸਕਦਾ। ਸਹੀ ਹੋ ਇਹ ਹੁਣ। ਤੇ ਦੂਸਰੀ ਗੱਲ ਇਹ ਵੇ, ਅਸੀਂ ਉਹ ਤੋਂ ਮੱਝਾਂ ਲੈਣ ਜਾਂਦੇ ਆ, ਜੀ ਚਲੋ ਜ਼ਿਆਦਾ ਦੇਰ ਤੇ ਨਹੀਂ, ਕੋਈ ਥੋੜੀ ਦੇਰ, ਤੁਹਾਡੇ ਨਾਲ ਵੀ 2-3 ਸਾਲ ਹੋ ਗਏ ਨੇ, ਜੀ ਸਲਾਮ ਦੁਆਇਆ ਚੰਗੀ ਮਾੜੀ। ਇਹ ਨੀਲੀ ਮੱਝ ਦੀ, ਜਿਹੜੀ ਨੀਲੀ ਦੀ ਅਸਲ ਮੱਝ ਹੈ, ਹਾਂਜੀ। ਉਹਦੀ ਪਛਾਣ ਕਿਸ ਤਰ੍ਹਾਂ ਕਰ ਸਕਨੇ ਆ ਤੁਹਾਡੇ ਇਲਾਕੇ 'ਚ? ਬਾਜੀ, ਜਿਹੜੀ ਨੀਲੀ ਬਾਰ ਦੀ ਮੱਝ ਹੈ, ਉਹਦੀ ਪਹਿਚਾਣ ਮੱਝ ਖੁਦ ਹੀ ਕਰਾ ਲੈਂਦੀ ਹੈ। ਜੇ ਅਗਰ ਥੋੜਾ ਜਿਹਾ ਬੰਦਾ ਸਮਝਦਾਰ ਹੋਵੇ, ਹਾਂਜੀ। ਮੱਝ ਨੂੰ ਅੱਛੀ ਤਰ੍ਹਾਂ ਪਹਿਚਾਣ ਸਕਦਾ ਹੋਵੇ ਤਾਂ ਨੀਲੀ ਬਾਰ ਦੀ ਮੱਝ ਜਿਹੜੀ ਆ ਤੁਹਾਨੂੰ ਖੁਦ ਹੀ ਦੱਸ ਸਕਦੀ ਆ। ਉਹਦਾ ਥਣ ਲੇਵਾ ਜਿਹੜਾ ਦੂਸਰੀਆਂ ਮੱਝਾਂ ਤੋਂ ਵੱਖਰਾ ਹੋਏਗਾ, ਸਿਰ ਮੂੰਹ ਦਾ ਵੱਖਰਾ ਹੋਏਗਾ, ਗਰਦਨ ਉਹਦੀ ਲੰਮੀ ਹੋਏਗੀ, ਇੱਕ ਹੱਡੀ ਦੀ ਹੋਏਗੀ, ਚੱਡੇ ਦੇ ਅਸਾਰ ਜਿਹੜੇ ਉਹ ਚੰਗੇ ਹੋਣਗੇ, ਬੈਕ ਸਾਈਡ ਤੋਂ ਜ਼ਿਆਦਾ ਹੋਣਗੇ, ਉਸ ਤੋਂ ਬਾਅਦ ਥਣ ਉਹਦੇ ਮੁੱਠੀ ਹੋਣਗੇ। ਇਹ ਚੀਜ਼ਾਂ ਜਿਹੜੀਆਂ ਨੀਲੀ ਬਾਰ 'ਚ ਉਹ ਜ਼ਿਆਦਾ ਪਾਈਆਂ ਤੁਹਾਡੇ ਇਲਾਕੇ 'ਚ ਜਾ ਕੇ ਅਸੀਂ ਵਪਾਰੀਆਂ ਕੋ ਮਾਲ ਲਈਏ ਤੇ ਬਿਹਤਰ ਰਵਾਂਗੇ, ਜਾਂ ਘਰ ਵਾਲੇ ਕਿਸੇ ਜੱਟ ਜ਼ਿਮੀਂਦਾਰ ਕੋ ਲਈਏ ਤੇ ਬਿਹਤਰ ਰਵਾਂਗੇ? ਜ਼ਿਆਦਾ ਬਿਹਤਰ ਤੁਸੀਂ ਜੱਟ ਜ਼ਿਮੀਂਦਾਰ ਕੋਲੋਂ ਮਾਲ ਲਓ ਤਾਂ ਜ਼ਿਆਦਾ ਬਿਹਤਰ ਹੋ। ਹੁਣ ਤੁਹਾਡੇ ਕੋ ਆਰਫ ਵਾਲੇ ਮਾਲ ਚੰਗੀਆਂ ਮੱਝਾਂ ਨਿਕਲਦੀਆਂ ਨੇ, ਕਬੂਲੇ ਦੀਆਂ ਚੰਗੀਆਂ ਨੇ, ਪਾਕਪਤਨ ਦੀਆਂ ਚੰਗੀਆਂ ਨੇ, ਕਿਹੜਾ ਇਲਾਕਾ ਤੁਹਾਡੇ 'ਚ ਜਿਹੜੀ ਅੱਛੀ ਮੱਝ ਨਿਕਲਦੀ? ਸਾਡੇ ਕਬੂਲੇ ਦੀ ਮੱਝ ਵੀ ਅੱਛੀ ਨਿਕਲਦੀ ਆ, ਪਾਕਪਤਨ ਦੀ ਮੱਝ ਵੀ ਅੱਛੀ ਨਿਕਲਦੀ ਆ। ਅੱਗੇ ਕੱਚੀ ਪੱਕੀ ਵਾਲੀ ਸਾਈਡ ਤੇ ਚਲੇ ਜਾਓ ਤੇ ਉਹ ਵੀ ਮੱਝ ਚੰਗੀ ਨਿਕਲਦੀ ਆ। ਸਹੀ ਜੀ ਹੁਣ ਜੇ ਸਾਡਾ ਕੋਈ ਇੱਥੋਂ ਭਰਾ ਜ਼ਿਲ੍ਹਾ ਗੁਜਰਾਂਵਾਲਾ, ਸਿਆਲਕੋਟ ਜਾਂ ਗੁਜਰਾਤ ਦਾ ਜੀ ਆਪਣੇ ਆਪ ਮੱਝ ਖਰੀਦਣ ਤੁਹਾਡੇ ਕੋਲ ਆ ਜਾਂਦਾ ਹੈ, ਜੀ। ਠੀਕ ਹੈ, ਉਸ ਇਲਾਕੇ 'ਚ ਆ ਜਾਂਦਾ ਹੈ, ਜੀ ਉਹਨੂੰ ਦਾ ਨਾ ਲੱਗੇ, ਕੋਈ ਇਸ ਤਰ੍ਹਾਂ ਦਾ ਮੱਝ ਟੱਕੀ ਨਾ ਦਿੱਤੀ ਜਾਏ, ਜਾਲ ਲਾਵਾ ਉਹਨੂੰ ਨਾ ਦਿੱਤਾ ਜਾਏ, ਮੱਝ ਨੂੰ ਲੱਗਿਆ ਨਾ ਹੋਵੇ, ਜੀ ਉਹਦਾ ਕੋਈ ਹੱਲ? ਮੱਝ ਜਾਲ ਲਾਵੇਂ ਦੀ ਕੋਈ ਹੱਲ ਉਹਦਾ ਹੈ ਵੇ?
ਉਹ ਭਾਈ ਜੀ ਇੱਕੋ ਹੀ ਹੱਲ ਹੁੰਦਾ ਕਿ ਜੋ ਕਿਸੇ ਜ਼ਿਮੀਂਦਾਰ ਕੋਲੋਂ ਮੱਝ ਲੈ ਤਾਂ ਉਹਦੇ ਨਾਲ ਇਹ ਧੋਖਾ ਨਹੀਂ ਹੋਏਗਾ। ਹੁਣ ਜ਼ਿਮੀਂਦਾਰ ਕੋ ਨਹੀਂ ਲੈ ਸਕਦਾ, ਕਿਸ ਤਰ੍ਹਾਂ ਜਾਏਗਾ ਜ਼ਿਮੀਂਦਾਰ ਕੋਲ, ਇਹ ਵੀ ਤਾਂ ਵਜ੍ਹਾ ਬਣੇ। ਭਾਜੀ ਜਿਹੜਾ ਜਦੋਂ ਵਪਾਰੀ ਕੋਲੇ ਜਾਏਗਾ ਜ਼ਾਰੀ ਗੱਲ ਉਹ ਧੋਖਾ ਤਾਂ ਖਾਏਗਾ ਹੀ ਨਾ, ਵਪਾਰੀ ਨੇ ਤਾਂ ਉਹਨੂੰ ਆਪਣਾ ਕੰਮ ਖਾਣਾ ਹੀ ਜਿਹੜੇ ਤੁਹਾਡੇ ਇਲਾਕੇ ਦੇ ਵਪਾਰੀ ਨੇ ਜੀ ਆਰਫ ਵਾਲੇ ਦੇ, ਮੇਰੇ ਨਾਲ ਤੇ ਵਰਤੀਆਂ ਨੇ ਤੇ ਮੈਂ ਤੇ ਤਾਂ ਪਿਆ ਕਰਨਾ ਜੀ, ਆਰਫ ਵਾਲੇ ਦੇ, ਕਬੂਲੇ ਦੇ, ਜੀ ਦਰਿਆ ਦੀਆਂ ਦੋਵਾਂ ਸਾਈਡਾਂ ਜਿਹੜੀਆਂ ਅੱਡਾ ਸਹੂਕਾ, ਠੀਕ ਹੈ, ਮੋਦਾ ਹਕੂਕਾ, ਜੀ ਉਧਰੋਂ ਪਰਲੀ ਸਾਈਡ ਤੇ ਹੋ ਜਾਈਏ ਮਿੰਚਨਾਬਾਦ, ਡਾਰਾਂ ਵਾਲਾ, ਚਿਸ਼ਤੀਆਂ, ਜੀ ਠੀਕ ਹੈ। ਇਹ ਮਾਫੀ ਨਹੀਂ ਕੋਈ ਭਰਾ ਵੀ ਕਿਸੇ ਨੂੰ ਦਿੰਦਾ। ਇਹਨਾਂ ਕੋ ਬਚਣ ਵਾਸਤੇ ਕੋਈ ਮੱਝਾਂ ਵੀ ਚੰਗੀਆਂ ਲੈਣੀਆਂ ਤੇ ਇਹਨਾਂ ਤੋਂ ਵੀ ਬਚਣਾ ਹੈ। ਇਹ ਕੋ ਸਾਨੂੰ ਗੱਲ ਦੱਸੋਣਾ ਤੇ ਇਹ ਤੁਹਾਡੀ ਭਾਈਜਾਨ ਮਿਹਰਬਾਨੀ ਹੈ, ਸਦਕਾ ਜਾਰੀਆ ਸਮਝ ਕੇ ਅੱਲਾ ਤੇ ਅੱਲਾ ਦੇ ਹਬੀਬ ਦੇ ਸਦਕਾ ਕਰਕੇ ਇਹ ਸਾਨੂੰ ਕੋਈ ਗੱਲ ਦੱਸ ਦਿਓ। ਜਿਹੜੇ ਹੀ ਤੁਹਾਡੇ ਇਲਾਕੇ ਦੇ ਵਪਾਰੀਆਂ 2 ਨੰਬਰਾਂ ਕੋ ਬਚ ਜਾਈਏ, ਸਾਰੇ ਨਹੀਂ 2 ਨੰਬਰ ਵਿੱਚ ਸਹੀ ਵੀ ਹੈ ਨੇ, ਪਰ ਸਾਰੇ ਸਹੀਆਂ ਦਾ ਵੀ ਉਹਨਾਂ ਕੰਮ ਜਿਹੜਾ ਨਾ ਉਹ ਗਲਤ ਕਰ ਛੜਿਆ। ਜਿਹੜੇ ਵਿੱਚੋਂ ਦਲਾਲੀ ਲੈ ਲੈਂਦੇ ਨੇ ਜੀ, ਮੱਝ ਪਹਿਲਾਂ ਤੁਹਾਡੇ ਨਾਲ ਮੁਕਾ ਲਈ, ਫਿਰ ਮੈਨੂੰ ਲਿਆ ਕੇ ਤੇ ਮੇਰੇ ਕੋਲ ਮੁੱਲ ਲਵਾ ਕੇ ਤੁਹਾਡੇ ਕੋਲ ਲਈ 2 ਲੱਖ ਦੀ ਤੇ ਮੈਨੂੰ ਆਖਿਆ ਮੈਂ 2.60 ਦੀ ਲਈ ਏ। ਜੀ ਬਿਲਕੁਲ ਠੀਕ ਹੈ। ਉਹ ਕਿਸ ਤਰ੍ਹਾਂ ਹੀ ਬਚ ਸਕਦੇ ਆ, ਉਹਦਾ ਕੋਈ ਕੁਲੀਆ ਦੱਸੋ, ਉਹ ਅਕਲ ਆਪਣੀ ਇਸਤੇਮਾਲ ਕਰਨ, ਕੀ ਕਰਨ, ਇਹ ਵਜ੍ਹਾ ਦੱਸੋ ਭਾਈਜਾਨ। ਅਗਰ ਤੁਹਾਨੂੰ ਕਹਿੰਦਾ ਵੀ ਮੈਂ ਮੱਝ 2.60 ਦੀ ਲਈ ਆ, ਤੁਹਾਡੇ ਦਿਲ ਨੂੰ ਮੱਝ ਨਹੀਂ ਚੰਗੀ ਲੱਗਦੀ, ਵੀ ਮੱਝ ਤੁਹਾਨੂੰ ਦੱਸਦੀ ਵੀ ਮੈਂ 2 ਲੱਖ ਦੀ ਉਹ 2.60 ਦੀ ਕਹਿ ਰਿਹਾ ਵਾ, ਤੁਸੀਂ ਉਹਨੂੰ ਬਿਲਕੁਲ ਮੱਝ ਨੂੰ ਨਾ ਲਵੋ। ਤੁਸੀਂ ਆਪਣੀ ਅਕਲ ਦਾ ਇਸਤੇਮਾਲ ਕਰੋ, ਜਿੰਨੇ ਦਾ ਤੁਹਾਨੂੰ ਚੰਗੀ ਲੱਗਦੀ ਹੈ, ਆਪਣੇ ਦਿਲ ਨੂੰ ਚੰਗੀ ਲੱਗਦੀ ਹੈ। ਮੇਰੇ ਤੇਰੇ ਕਹਿਣ ਤੇ ਤੁਸੀਂ ਉਹ ਡੰਗਰ ਨਾ ਖਰੀਦ ਕਰੋ। ਫਰਜ਼ ਕੀਤਾ ਤੁਹਾਨੂੰ ਇਸ ਚੀਜ਼ ਤੇ ਡਾਊਟ ਹੁੰਦਾ ਵਾ ਵੀ ਯਾਰ ਇਹਨੇ ਮੱਝ ਪਹਿਲੇ ਖਰੀਦ ਕੇ ਬੱਧੀ ਆ, ਤੁਸੀਂ ਲਿਆਦਾ ਉਸ ਮੱਝ ਨੂੰ ਖਰੀਦੋ ਹੀ ਨਾ। ਜਿਹੜੇ ਭਰਾ ਜਿਹੜੇ ਚੈਨਲ ਤੇ ਚਲਾਉਂਦੇ ਨੇ ਜੀ ਤੁਹਾਡੇ ਇਲਾਕੇ 'ਚ, ਹਾਂਜੀ, ਮਾਲਕ ਦਾ ਨੰਬਰ ਹੀ ਨਹੀਂ ਦਿੰਦੇ, ਜੀ ਠੀਕ ਹੈ। ਦੂਸਰੇ ਨੰਬਰ ਤੇ ਉਹਨਾਂ ਮਾਲਕ ਨਾਲ ਪਹਿਲਾਂ ਹੀ ਮੱਝ ਮਕਾਈ ਹੁੰਦੀ ਏ, ਜੀ ਵਿੱਚੋਂ ਪੈਸੇ ਲੈਂਦੇ ਨੇ ਪਿਓ, ਉਹਨਾਂ ਦਾ ਕੋਈ ਹੱਲ ਹੈ? ਭਾਜੀ ਉਹਦਾ ਹੱਲ ਇਹ ਹੀ ਆ ਵੀ ਜਦੋਂ ਤੁਸੀਂ ਮੱਝ ਚੈਨਲ ਤੇ ਤੁਸੀਂ ਲੈਨੇ ਆ, ਤੁਸੀਂ ਉੱਥੇ ਜਾਂਦੇ ਆ, ਉਦੋਂ ਉਹਨੂੰ ਖੁਦ ਪੁੱਛੋ ਵੀ ਭਾਈ ਜਾਨ ਨੇ ਮੱਝ ਤੁਸੀਂ ਕਿੰਨੇ ਦੀ ਵੇਚੀ, ਇਹਦਾ ਕੀ ਤਰੀਕਾਕਾਰ ਹੈ, ਇਹਦੀ ਦੁੱਧ ਦੀ ਰੇਸ਼ੋ ਕੀ ਆ, ਇਹ ਕੀ ਹਿਸਾਬ ਕਿਤਾਬ ਆ, ਤੇ ਉਹ ਤੁਹਾਨੂੰ ਖੁਦ ਹੀ ਇਸ ਚੀਜ਼ ਦਾ ਪਤਾ ਚੱਲ ਜਾਏਗਾ। ਦੂਸਰਾ ਇਹ ਗੱਲ ਹੈ ਕਿ ਜਿਹੜਾ ਦੁੱਧ ਦਾ ਉਹਨਾਂ ਪਤਾ ਕਰਨਾ ਹੈ, ਮਾਲ ਜਿਹੜਾ ਤੁਸੀਂ YouTube ਤੇ ਚਾੜਦੇ ਹੋ, ਚੈਨਲ ਤੇ ਚਲਾਉਂਦੇ ਹੋ ਜੀ, ਉਹਨੂੰ ਆ ਕੇ ਆਪੀ ਬੰਦਾ ਚੈੱਕ ਕਰੇ ਜੀ, ਉਹ ਬਿਹਤਰ ਹੈ ਜਾਂ ਫੋਨ ਤੇ ਮੰਗਾ ਲੇ ਤੇ ਉਹ ਬਿਹਤਰ ਹੈ? ਨਹੀਂ ਬਿਹਤਰ ਆ ਵੀ ਉਹਨੂੰ ਆਪ ਜਾ ਕੇ ਚੋਏ 2 ਟਾਈਮ, ਚੋਣ ਤੋਂ ਬਾਅਦ ਜਿਹੜਾ ਉਹਨੂੰ ਪਾਸ ਕਰਕੇ ਫਿਰ ਲੈ ਕੇ ਆਏ। ਮੱਝ ਸਾਨੂੰ ਤੁਹਾਡੇ ਇਲਾਕੇ 'ਚ ਜਿਹੜਾ ਸਾਰਿਆਂ ਤੋਂ ਮੇਨ ਕੰਮ ਹੈ ਉਹ ਦੱਸੋ, ਤੁਹਾਡੇ ਇਲਾਕੇ 'ਚ ਸਾਨੂੰ ਮੱਝ ਗੱਭਣ ਲੈਣੀ ਚਾਹੀਦੀ ਹੈ ਜਾਂ ਸੂਈ ਲੈਣੀ ਚਾਹੀਦੀ ਹੈ? ਜੇ ਤਾਂ ਅਗਰ ਇਸ ਦੌੜ ਤੋਂ ਬਚਣਾ ਵਾ ਵੀ ਉਹਨੂੰ ਬੱਚਾ ਨਾ ਲੱਗਾ ਹੋਏ, ਉਹਨੂੰ ਡੱਕਾ ਨਾ ਲੱਗਾ ਹੋਏ, ਫਿਰ ਦੇਖ ਕੇ ਮੱਝ ਸਾਫ ਸੁਥਰੀ ਜਿਹੜੀ ਉਹ ਤੁਸੀਂ ਗੱਭਣ ਵੀ ਖਰੀਦ ਸਕਦੇ ਆ, ਉਹਦੇ ਵਿੱਚ ਡਾਊਟ ਨਹੀਂ ਹੋ ਸਕਦਾ। ਠੀਕ ਹੋ ਗਿਆ। ਤੇ ਹੁਣ ਇਹ ਗੱਲ ਹੈ ਪਹਿਲਾਂ ਝੋਟੀ ਜਿਹੜੀ ਏ ਜੀ, ਉਹਦੇ 'ਚ ਦਾ ਨਹੀਂ ਲੱਗ ਸਕਦਾ ਗੱਭਣ ਦਾ, ਜੀ ਠੀਕ ਹੈ। ਉਹ ਅੱਲਾਹ ਪਾਕ ਦੇ ਕੰਮ ਨੇ, ਗੱਭਣ ਲੈ ਲਈਏ, ਉਹਨੂੰ ਪਾਸ ਕਰੀਏ ਜਾਂ ਨਾ ਕਰੀਏ, ਉਹਦਾ ਨਾ ਕੋਈ ਥਣ ਬਣਿਆ ਹੋਣਾ ਹੈ, ਅੱਲਾਹ ਲੂੰਗਾ। ਅੱਲਾਹ ਲੋਣਾ ਜੀ ਬਿਲਕੁਲ। ਜਿਹੜੀ ਦੂਸਰੇ ਸੂਏ ਮੱਝ ਸੁੰਦੀ ਏ, ਉਹ ਅਸੀਂ ਗੱਭਣ ਖਰੀਦਣਾ ਚਾਹੁੰਦੇ ਆ ਜੀ, ਉਹਦੇ ਥਣ ਬਣੇ ਨੇ, ਬੰਦੇ ਨੂੰ ਨਹੀਂ ਪਤਾ, ਬੰਦਾ ਨਾੜੀ ਏ ਜੀ, ਉਹ ਵਪਾਰੀ ਨਹੀਂ ਹੈ ਜੀ, ਉਹਦਾ ਕਿਸ ਤਰ੍ਹਾਂ ਹੱਲ ਕਰੇਦਾ ਕਿ ਮੈਂ ਇਹਦਾ ਪਤਾ ਕਰਾਂ, ਮੱਝ ਵੀ ਚੰਗੀ ਏ, ਲੈਣੀ ਵੀ ਉਹਨੇ ਗੱਭਣ ਏ, ਜੀ, ਦਾਤ ਬਚਣਾ ਚਾਹੁੰਦਾ, ਇਹਨੂੰ ਬੱਚਾ ਨਾ ਲੱਗੇ ਆਵੇ, ਜੀ। ਉਹਦੇ ਥਣਾ ਦਾ ਕਿਸ ਤਰ੍ਹਾਂ ਪਤਾ ਕਰ ਸਕਦਾ, ਉਹ ਕੀ ਹਿਸਾਬ ਹੈ ਉਹਦਾ? ਜਦੋਂ ਮੱਝ ਖਰੀਦ ਲੈਂਦਾ ਵਾ, ਖਰੀਦਣ ਤੋਂ ਬਾਅਦ ਉਹਨੂੰ ਢੰਗਾ ਲਾਏ, ਉਹਦੇ ਚਾਰੇ ਥਣ ਜਿਹੜੇ ਉਹ ਚੈੱਕ ਕਰੇ, ਉਹਨਾਂ ਦੇ ਅੱਗੋਂ ਬੁੱਬੀਆਂ ਜਿਹੜੀਆਂ ਉਹ ਚੈੱਕ ਕਰੇ ਕਿ ਇਹਨਾਂ ਨੂੰ ਕੋਈ ਵਰਮਾ ਜਾਂ ਕੋਈ ਇਹਦੇ ਅੱਗੇ ਬਲੇਡ ਵਗੈਰਾ ਦਾ ਇਸਤੇਮਾਲ ਤਾਂ ਨਹੀਂ ਹੋਇਆ, ਤਾਂ ਇਨਸ਼ਾਅੱਲਾ ਉਹ ਧੋਖੇ ਤੋਂ ਬਚ ਜਾਏਗਾ। ਅਗਰ ਉਹਨਾਂ 4 ਥਣਾ ਦਾ ਮੂੰਹ ਇੱਕ ਆ ਤਾਂ ਸਮਝ ਲਓ ਵੀ ਉਹ ਠੀਕ ਹੈ, ਅਗਰ ਉਹਨਾਂ 4 ਥਣਾ ਦਾ ਮੂੰਹ ਆਪੋ ਮੁਖਤਲਿਫ ਆ ਫਿਰ ਸਮਝ ਲਓ ਵੀ ਉਹਨਾਂ ਵਿੱਚ ਮਸਲਾ ਹੋਇਆ ਵਾ। ਅਗਰ ਉਹਨਾਂ ਦੇ ਥਣਾ ਦੇ ਵਿੱਚੋਂ ਜਿਹੜਾ ਨਾਰਵਾ ਕੱਢੀਦਾ ਜਾਂ ਦੁੱਧ ਪਹਿਲਾਂ ਨਿਕਲਦੀ ਏ, ਠੀਕ ਹੈ, ਉਹਦਾ ਰੰਗ ਕੀ ਹੋਣਾ ਚਾਹੀਦਾ, ਉਹਦਾ ਕੀ ਹਿਸਾਬ ਹੋਣਾ ਚਾਹੀਦਾ? ਇਹਨੂੰ ਮੇਰਾ ਕਹਿਣ ਦਾ ਮਕਸਦ ਇਹ ਵੀ ਉਹਨਾਂ 4 ਥਣਾ ਦਾ ਜਿਹੜਾ ਨਾਰਾ ਦਾ ਜਾਂ ਬੋਲਾ ਉਹ ਇੱਕ ਜੈਸਾ ਹੋਣਾ ਚਾਹੀਦਾ। ਪਰ ਜਿੱਦਾਂ ਤਿੰਨਾਂ ਚੋਂ ਬੋਲਾ ਆਂਦਾ, ਇੱਕ ਚੋਂ ਕੱਚੀ ਲੱਸੀ ਆਂਦੀ, ਪਾਣੀ ਆਂਦਾ ਵਾ, ਤੇ ਬਿਲਕੁਲ ਉਹਨੂੰ ਨਹੀਂ ਲੈਣਾ ਚਾਹੀਦਾ। ਅਗਰ ਉਹ ਨਾਰਵਾ ਰੰਗ ਇੱਕ ਦਾ ਹੀ ਇੱਕ ਥਣ ਦਾ ਪਤਲਾ, ਇੱਕ ਥਣ ਦਾ ਸੰਘਣਾ ਹੈ, ਜੀ, ਠੀਕ ਹੈ, ਫਿਰ ਦੂਸਰੇ ਥਣ ਦਾ ਜਿਹੜਾ ਨਾ ਸੰਘਣਾ ਇੱਕ ਥਣ ਦਾ ਪਤਲਾ, ਇਹਦਾ ਕੀ ਹਿਸਾਬ ਹੋਣਾ ਚਾਹੀਦਾ? ਸੰਘਣੇ ਪਤਲੇ ਦਾ ਕੋਈ ਰੌਲਾ ਨਹੀਂ, ਰੰਗ ਇੱਕ ਹੋਣਾ ਚਾਹੀਦਾ ਵਾ, ਉਹ ਕੋਈ ਮਸਲਾ ਨਹੀਂ ਵੀ ਇੱਕ ਚੋਂ ਮੋਟਾ ਆ ਰਿਹਾ ਇੱਕ ਚੋਂ ਪਤਲਾ ਆ ਰਿਹਾ ਵਾ, ਉਹ ਕੋਈ ਗੱਲ ਨਹੀਂ। ਉਹ ਡੰਗਰ ਪਹਿਲੇ ਛੱਡਣ ਨਾਲ ਜਾਂ ਪਹਿਲੇ ਵਿੱਚ ਡੋਕੇ ਰਹਿਣ ਨਾਲ ਵੀ ਜਾਣੀ ਕਿ ਇਹ ਕੰਮ ਹੋ ਜਾਂਦਾ। ਲੋ ਜੀ ਭਾਈ ਬੂਟਾ ਜੀ, ਤੁਹਾਡੀ ਮਿਹਰਬਾਨੀ, ਠੀਕ ਹੈ, ਸ਼ੁਕਰੀਆ ਤੁਹਾਡਾ। ਅੱਜ ਕਿਸੇ ਭਰਾ ਨੇ ਵੀਡੀਓ ਵੇਖੀ ਤੇ ਸਾਡੇ ਵੱਲੋਂ ਉਹਨੂੰ ਇੱਕ ਤੋਹਫਾ ਹੀ ਏ, ਇਹ ਕੰਮ ਚੈੱਕ ਕਰ ਲੈਦਾ। ਅਗਰ ਨੀਲੀ ਬਾਰ ਚ ਮੱਝ ਲੈਣ ਜਾਂਦਾ ਹੈ, ਮੇਰਾ ਭਰਾ ਉੱਥੋਂ ਜਾ ਲੱਗੇ ਆ
ਠੀਕ ਹੈ। ਇਹਦੀ ਕੋਸ਼ਿਸ਼ ਕਰਨੀ ਹੈ ਬਚਣ ਦੀ, ਥਣ ਬਣੇ ਮੱਝ ਦੂਸਰੇ ਸੂਏ ਮੱਝ ਗੱਭਣ ਲੈਣੀ ਹੈ, ਥਣ ਬਣੇ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਨਾ ਲੱਗੇ ਆਵੇ ਜਾ। ਠੀਕ ਹੈ, ਤੇ ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਦੇ, ਤੇ ਭਾਈ ਬੂਟਾ ਸਾਹਿਬ ਨੂੰ ਤੇ ਭਾਈ ਚੈਨਲ ਵਾਲਿਆਂ ਨੂੰ ਵੀ ਜਿਨ੍ਹਾਂ ਇਹ ਮੂਵੀ ਬਣਾਈ ਹੈ ਚਲਾਣ, ਅੱਲਾਹ ਪਾਕ ਇਹਨਾਂ ਦਾ ਸਦਕਾ ਜਾਰੀਆ ਕਬੂਲ ਕਰੇ।